दर्शकों ब्रेक तो बाद फिर दोबारा थोड़ा स्वागत है। सो इस गलबात करन जा रहे हैं कि एक सवाल जड़ा कि अक्सर अपने वालों भी ते विरोधियों वालों भी पूछा जाता है कि खालिस्तान एक लैंडलॉक्ड कंट्री होवेगा जिस नाल कोई समंदर नहीं लगता। सो इसलिए खालिस्तान की आर्थिक तौर पर सर्वाइवल संभव नहीं होवेगी। सो एक गुरसिख वीर वालों इस सवाल का जवाब देने की कोशिश की गई है। सो इस पर आप गलबात करन जा रहे हैं। सो असीं चाहांगे कि तुसीं इसी तरह बने रहना देखण सुनन लई एंड लिखण लई तुहाडा सब दा बहुत बहुत धन्नवाद जी। डॉक्टर साहब की कहना चाहोगे? देखो पहला थोड़े जे हल्के अंदाज च इस सवाल नूं शुरू करते हैं। ये गल 1992 दी है, आलमोस्ट 33 साल पहला जी। गुरुद्वारा साहब लैंकरशिम उत्थे हॉलीवुड रोड दे उत्ते जां वाक़या है। और मैं जदों सेवा लई स्पोक्सपर्सन पंथक कमेटी दी तो मेरा ये सी क्योंकि उदों तक काफ़ी कुछ पुट्ठा भी हो रहा सी। इंडियन भारती हुकूमत का नैगेटिव प्रचार पूरे जोरां ते सी और खाड़कू मूवमेंट का एक दौर चल चुकिया सी जिसका फॉल बैक थोड़ा जिहा नैगेटिव भी हो रहा सी और कोई भी गल करन तो भी घबराउंदा सी और दूसरे पासे क्रिटिसिज्म बहुत ज़्यादा सी। सो मैं ये महसूस किया कि भी जदों तक तुसी एक्टिवली एनगेज नहीं करते डायलॉग च जिहड़े तुहाडे नाल नहीं भी सहमत उन्हां नाल तुसी डायलॉग नहीं करते पब्लिकली ये डिबेट नूं अगे वधाया नहीं जा सकता। सो मैं अमरीका कैनेडा दे सारे गुरुद्वारियां दा जिहड़ा 91 नवंबर तो बाद टूर शुरू किया और एक स्टाइल सी कि भी दीवान तो बाद क्योंकि ਜਿਹੜੇ ਤੁਹਾਡਾ ਐਡਰੈਸ ਹੁੰਦਾ ਉਹ ਤਾਂ ਵਨ ਵੇ ਟ੍ਰੈਫਿਕ ਹੁੰਦਾ ਲੋਕਾਂ ਤੁਸੀਂ ਕਿਹਾ ਲੋਕਾਂ ਨੇ ਸੁਣ ਲਿਆ। ਫਿਰ ਇਹ ਹੁੰਦਾ ਸੀ ਕਿ ਓਪਨ ਸੈਸ਼ਨ ਹੋਏਗਾ ਜਿਹਦੇ 'ਚ ਜੋ ਚਾਹੇ ਉਹ ਸਵਾਲ ਪੁੱਛ ਸਕਦਾ। ਉਹ ਬੜੇ ਹੀਟਡ ਸੈਸ਼ਨ ਵੀ ਹੁੰਦੇ ਸੀ ਕਈ ਵਾਰੀ ਬੜੀ ਵੱਡੀ ਗਿਣਤੀ ਕਿਉਂਕਿ ਬਿਟਰਨੈਸ ਵੀ ਸੀ। ਸੋ ਉਸ ਕਿਸਮ ਦਾ ਇੱਕ ਸੈਸ਼ਨ ਲੈਂਕਰਸ਼ਮ ਗੁਰਦੁਆਰਾ ਸਾਹਿਬ ਸੀ ਔਰ ਇੱਕ ਬਾਬਾ ਮੇਰੇ ਨਾਲ ਸੱਜੇ ਪਾਸੇ ਬੈਠੇ ਹੋਏ ਸੀ ਔਰ ਇੱਕ ਡਾਕਟਰ ਸਾਹਿਬ ਜਿਨ੍ਹਾਂ ਦੀ ਜੇਬ 'ਚੋਂ ਸਟੈਥੋਸਕੋਪ ਬਾਹਰ ਨਿਕਲੀ ਹੋਈ ਸੀ, ਸ਼ਾਇਦ ਡਿਊਟੀ ਤੋਂ ਆਏ ਹੋਣ ਜਾਂ ਵੈਸੇ ਉਹਨਾਂ ਨੂੰ ਸ਼ੌਕ ਸੀ ਦੱਸਣ ਦਾ ਵੀ ਉਹ ਡਾਕਟਰ ਨੇ। ਉਹਨਾਂ ਨੇ ਸਵਾਲ ਪੁੱਛਿਆ ਕਿ ਡਾਕਟਰ ਸਾਹਿਬ ਖਾਲਿਸਤਾਨ ਬਹੁਤ ਜ਼ਰੂਰੀ ਹੈ, ਅਸੀਂ ਸਾਰੇ ਸਹਿਮਤ ਹੈ ਪਰ ਇਹ ਜਿਹੜਾ ਹੈ ਖਾਲਿਸਤਾਨ ਨਾਲ ਤਾਂ ਕੋਈ ਸਮੁੰਦਰ ਨਹੀਂ ਲੱਗਦਾ। ਤੇ ਇਸ ਤੋਂ ਪਹਿਲਾਂ ਕਿ ਮੈਂ ਜਵਾਬ ਦਿੰਦਾ ਉਹ ਬਾਬਾ ਮੇਰੇ ਕੋਲ ਬੈਠਾ ਕਹਿੰਦਾ ਤੈਂ ਡੁੱਬਣਾ। ਸੋ ਸਾਰੇ ਖਿੜਖੜਾ ਕੇ ਹੱਸ ਪਏ ਤੇ ਮੈਂ ਬੜੇ ਮੁਸ਼ਕਿਲ ਨਾਲ ਆਪਣੇ ਆਪ ਨੂੰ ਸੰਭਾਲ ਕੇ ਜਿਹੜਾ ਉਹਨਾਂ ਦੀ ਤਸੱਲੀ ਕਰਾਉਣ ਦੀ ਪਰ ਉਹ ਤੈਂ ਡੁੱਬਣਾ ਨਹੀਂ ਉਹਨਾਂ ਦਾ ਜਵਾਬ ਦੇ ਦਿੱਤਾ। ਇਹੋ ਜਿਹਾ ਇੱਕ ਵਾਕਿਆ ਟੋਰਾਂਟੋ ਦੇ ਵਿੱਚ ਇੱਕ ਡਿਸਕਸ਼ਨ ਦੇ ਵੇਲੇ ਹੋਇਆ ਔਰ ਇਹੀ ਸਵਾਲ ਕਿਉਂਕਿ ਅੱਜ ਅਸੀਂ ਉਸ ਦੇ ਉੱਤੇ ਗੱਲ ਕਰ ਰਹੇ ਹਾਂ ਜੀ। ਤੇ ਇੱਕ ਸੱਜਣ ਜਿਨ੍ਹਾਂ ਨੇ ਬੜੀ ਗੰਭੀਰਤਾ ਨਾਲ ਕਿਹਾ ਕਿ ਜੀ ਦੇਖੋ ਅਸੀਂ ਲੈਂਡ ਲੌਕਡ ਕੰਟਰੀ ਹੋਵਾਂਗੇ, ਸਮੁੰਦਰ ਨਹੀਂ ਕੋਈ ਵੀ ਨਾਲ ਲੱਗਦਾ ਤੇ ਇਹ ਨਾ ਅਸੀਂ ਦੇਖੀਏ ਕਿ ਬਈ ਇਹ ਉਸ ਕਿਸਮ ਦੀ ਭੁੱਖਮਰੀ ਜਿਹੜੀ ਆ ਉਹ ਅਫਗਾਨਿਸਤਾਨ ਵਾਂਗ ਹੀ ਸਾਡੇ ਹੋਏ ਕਿ ਵੀ ਅਸੀਂ। ਤੇ ਇਸ ਤੋਂ ਪਹਿਲਾਂ ਕਿ ਮੈਂ ਰਿਸਪੌਂਡ ਕਰਦਾ ਇੱਕ ਹੋਰ ਸੱਜਣ ਜਿਹੜੇ ਅਗੇਨ LA ਦਾ ਜਵਾਬ ਦੇਣ ਵਾਲੇ ਵੀ ਕੋਈ ਪੜ੍ਹੇ ਲਿਖੇ ਨਹੀਂ ਸੀ, ਫੇਥ ਸੀ ਇੱਧਰ। ਉਹ ਕਹਿੰਦੇ ਤੂੰ ਬਹਿ ਜਾ ਐਵੇਂ ਲੱਤ ਨਾ ਅੜਾ ਵਿੱਚ ਸਮੁੰਦਰ ਅਸੀਂ ਆਪ ਹੀ ਪੱਟ ਲਾਂਗੇ ਹੁਣ ਤੂੰ ਬਣਦਾ ਨਾ ਰੋਕ ਵਿੱਚੋਂ। ਚਲੋ ਇਹ ਦੋਨੋਂ ਮੈਂ ਇਸ ਲਈ ਕਹੇ ਨੇ ਵੀ ਇੱਕ ਉਹ ਪਾਰਟ ਹੈ ਪਰ ਅੱਜ ਅਸੀਂ ਇਸ ਇਸ਼ੂ ਨੂੰ ਕਿਉਂਕਿ ਅਕਸਰ ਇਹ ਆਪਣਿਆਂ ਵੱਲੋਂ ਵੀ ਜਿਹੜੇ ਸਪੋਰਟਰ ਨੇ ਔਰ ਵਿਰੋਧੀ ਤਾਂ ਤੁਹਾਨੂੰ ਜਿਹੜਾ ਉਹ ਡਿਚ ਕਰਨ ਦੇ ਲਈ ਜਾਂ ਟਿਚ ਸਮਝਦੇ ਆ ਜਾਂ ਤੁਹਾਡੇ ਖਾਲਿਸਤਾਨ ਦੇ ਕਨਸੈਪਟ ਨੂੰ ਨੈਗੇਟ ਕਰਨ ਲਈ ਵਰਤਦੇ ਨੇ। ਔਰ ਇਹ ਮੈਨੂੰ ਨਹੀਂ ਪਤਾ ਇਹ ਕਿਸ ਦੀ ਲਿਖਤ ਹੈ, ਇਹ ਸੋਸ਼ਲ ਮੀਡੀਆ 'ਤੇ ਇਹਦੀ ਕਾਪੀ ਘੁੰਮ ਰਹੀ ਸੀ ਤੇ ਮੈਨੂੰ ਲੱਗਾ ਕੋਈ ਮੇਰੀ ਰਿਸਰਚ ਨਹੀਂ ਹੈ। ਅਸੀਂ ਹਾਲਾਂਕਿ ਇਸ ਮੁੱਦੇ ਦੇ ਉੱਤੇ ਸਰੂਪ ਸਿੰਘ ਨਾਰੰਗ UK ਬੇਸਡ ਬਜ਼ੁਰਗ ਸਨ ਲਿਖਾਰੀ, ਹੁਣ ਤਾਂ ਉਹ ਚੜ੍ਹਾਈ ਕਰ ਗਏ ਨੇ। ਉਹਨਾਂ ਦੀ ਇੱਕ ਕਿਤਾਬ ਖਾਲਿਸਤਾਨ ਦੀ ਲੋੜ ਕਿਉਂ, ਉਹਦੇ 'ਚ ਉਹਨਾਂ ਨੇ ਬੜੀ ਡੀਟੇਲ ਦੇ ਵਿੱਚ ਜਿਹੜੇ ਸਾਰੇ ਫੈਕਟਰ ਨੇ ਡਿਸਕਸ ਕੀਤੇ ਸੀ। ਪਰ ਮੈਨੂੰ ਇਹ ਲੱਗਾ ਕਿ ਵੀ ਕਈ ਵਾਰੀ ਜੋ ਡਿਸਕਸ਼ਨ ਚੱਲ ਰਹੀ ਹੁੰਦੀ ਹੈ ਉਹਦੇ 'ਚ ਇਹ ਜ਼ਰੂਰੀ ਹੈ ਔਰ ਇਹ ਜਿਸ ਵੀਰ ਨੇ ਵੀ ਜਾਂ ਭੈਣ ਨੇ ਵੀ ਇਹ ਲਿਖਿਆ ਉਹਨਾਂ ਨੇ ਚੰਗੀ ਸਟੱਡੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਵੀ ਦੇਖੋ ਇਹ ਆਰਗੂਮੈਂਟ ਜਿਹੜਾ ਦਿੱਤਾ ਜਾਂਦਾ ਵੀ ਸਮੁੰਦਰ ਨਹੀਂ ਲੱਗਦਾ, ਜਿਹਨੂੰ ਨਾ ਲੱਗੇ ਉਹਨੂੰ ਅਸੀਂ ਲੈਂਡ ਲੌਕਡ ਕਹਿੰਦੇ ਹਾਂ ਵੀ ਚਾਰ ਚੁਫੇਰੇ ਜ਼ਮੀਨ ਹੈ। ਹਾਲਾਂ ਇੱਕ ਆਰਗੂਮੈਂਟ ਅਸੀਂ ਇਹ ਸਮਝਦੇ ਹਾਂ ਵੀ ਅਸੀਂ ਸਮੁੰਦਰ ਤੱਕ ਐਕਸੈਸ ਵੀ ਲੈਣੀ ਹੈ ਜਿਹੜਾ ਔਰ ਉਹ ਕਿਵੇਂ ਹੈ
ਉਹ ਅੱਜ ਦਾ ਵਿਸ਼ਾ ਨਹੀਂ ਹੈ। ਲੇਕਿਨ ਮੰਨ ਲਓ ਜਿਹੜਾ ਇਹ ਦਲੀਲ ਵੀ ਹੈ ਲੈਂਡ ਲੌਕਡ, ਇਹਦਾ ਜਵਾਬ ਦਿੰਦਿਆਂ ਉਹਨਾਂ ਨੇ ਕਿਹਾ ਵੀ ਦੇਖੋ ਦੁਨੀਆ ਦੇ ਕਿਸੇ ਵੀ ਮੁਲਕ ਦੀ ਤਰੱਕੀ ਦਾ ਜਿਹੜਾ ਬੇਸ ਹੁੰਦਾ ਤੁਸੀਂ ਉਹਨਾਂ ਦੀ GDP ਹੁੰਦੀ ਹੈ, ਗ੍ਰੋਸ ਡੋਮੈਸਟਿਕ ਪ੍ਰੋਡਿਊਸ। ਬਿਲਕੁਲ। ਉਹਨਾਂ ਕਿਹਾ ਹੁਣ ਭਾਰਤ ਨੂੰ ਅਸੀਂ ਐਜ਼ ਏ ਰੋਲ ਮਾਡਲ ਕੰਟਰੀ ਲੈਂਦੇ ਹਾਂ, ਜਿਹੜੇ ਲੋਕ ਵੀ ਭਾਰਤ ਦੇ ਸ਼ਹਿਰੀ ਰਹਿਣਾ ਚਾਹੁੰਦੇ ਨੇ ਜਾਂ ਨਹੀਂ। ਭਾਰਤ ਦੀ ਜਿਹੜੀ GDP ਹੈ ਗ੍ਰੋਸ ਡੋਮੈਸਟਿਕ ਪਰ ਕੈਪੀਟਾ ਹੈ, ਉਹ ਗ੍ਰੋਸ ਡੋਮੈਸਟਿਕ ਪਰ ਕੈਪੀਟਾ ਉਹ $3000 ਹੈ ਸਾਲਾਨਾ ਕੁੱਲ। ਉਹਨਾਂ ਨੇ ਕਿਹਾ ਵੀ ਹੁਣ ਅਸੀਂ ਜਿਹੜਾ ਜੇ ਖਾਲਿਸਤਾਨ ਬਾਰੇ ਜਿਹੜਾ ਇਹ ਆਰਗੂਮੈਂਟ ਦਿੱਤਾ ਜਾਂਦਾ ਹੈ, ਅਸੀਂ ਇਹ ਦੱਸ ਸਕਦੇ ਹਾਂ ਕਿ ਵੀ ਦੁਨੀਆ ਦੇ ਕਿੰਨੇ ਐਸੇ ਮੁਲਕ ਨੇ, 44 ਦੇ ਕਰੀਬ ਐਸੇ 193 ਮੁਲਕਾਂ 'ਚੋਂ ਮੁਲਕ ਨੇ ਜਿਨ੍ਹਾਂ ਦੇ ਨਾਲ ਸਮੁੰਦਰ ਨਹੀਂ ਲੱਗਦਾ, ਲੈਂਡ ਲੌਕਡ ਨੇ, ਔਰ ਉਹਨਾਂ ਦੀ ਜਿਹੜੀ GDP ਹੈ ਗ੍ਰੋਸ ਡੋਮੈਸਟਿਕ ਪਰ ਕੈਪੀਟਾ ਹੈ ਉਹ ਭਾਰਤ ਨਾਲੋਂ ਕਈ ਗੁਣਾ ਜ਼ਿਆਦਾ ਹੈ। ਔਰ ਉਹਨਾਂ ਨੇ ਫਿਰ ਥੱਲੇ ਉਹਨਾਂ ਦੀ ਲਿਸਟ ਦਿੱਤੀ ਹੈ ਕਿ ਵੀ ਨਾਲ ਉਹਨਾਂ ਨੇ ਦਿੱਤਾ ਹੈ ਵੀ ਜੇ ਉਹਨਾਂ ਦੇ ਕੋਲ ਸਮੁੰਦਰ ਨਹੀਂ ਹੈ ਤਾਂ ਉਹਨਾਂ ਦੇ ਵਿਕਾਸ ਜਾਂ ਉਹਨਾਂ ਦੀ ਪ੍ਰੋਗਰੈਸ ਦੇ ਵਿੱਚ ਦਾ ਕੀ ਕਾਰਨ ਹੈ। ਪਹਿਲਾਂ ਉਹਨਾਂ ਨੇ ਸਵਿਟਜ਼ਰਲੈਂਡ ਕਿਹਾ। ਹੁਣ ਇਹ ਯਾਦ ਰੱਖੋ ਕਿ ਭਾਰਤ ਦੀ ਪਰ ਕੈਪੀਟਾ GDP $3000 ਹੈ, ਸਵਿਟਜ਼ਰਲੈਂਡ ਦੀ 1 ਲੱਖ ਪਲੱਸ ਹੈ। ਹੁਣ ਅੰਦਾਜ਼ਾ ਲਾ ਲਓ ਕਿੰਨੇ ਗੁਣਾ ਜ਼ਿਆਦਾ ਹੈ। ਔਰ ਉਹਨਾਂ ਦਾ ਕਾਰਨ ਉਹਨਾਂ ਨੇ ਕਿਹਾ ਕਿ ਵਿੱਤੀ ਸੇਵਾਵਾਂ ਨੇ, ਜ਼ਾਹਰ ਹੈ ਸਵਿਟਜ਼ਰਲੈਂਡ ਬੈਂਕ, ਸਵਿਸ ਬੈਂਕਸ, ਉੱਚ ਤਕਨੀਕੀ ਉਦਯੋਗ ਜਿਹੜੇ ਹਾਈ ਟੈਕ ਨੇ, ਔਰ ਸੈਰ ਸਪਾਟਾ ਟੂਰਿਜ਼ਮ, ਔਰ ਉਹਨਾਂ ਨੇ ਗੁਆਂਢੀ ਦੇਸ਼ਾਂ ਜਰਮਨੀ ਫਰਾਂਸ ਵਗੈਰਾ ਦੇ ਨਾਲ ਵਪਾਰਕ ਸਮਝੌਤੇ ਵੀ ਕੀਤੇ ਹੋਏ ਨੇ। ਸੋ ਦੁਨੀਆ ਦੇ ਸਭ ਤੋਂ ਖੁਸ਼ਹਾਲ ਮੁਲਕਾਂ ਦੇ ਵਿੱਚ ਸਵਿਟਜ਼ਰਲੈਂਡ ਦਾ ਸ਼ੁਮਾਰ ਹੈ। ਇਹ ਉਹਨਾਂ ਦਾ ਲਗਜ਼ਮਬਰਗ $1,30,000 ਉਹਨਾਂ ਦੀ GDP ਹੈ, ਸਵਿਟਜ਼ਰਲੈਂਡ ਤੋਂ ਵੀ ਉੱਪਰ ਨੇ, ਔਰ ਦੁਨੀਆ ਦੇ ਸ਼ਾਇਦ ਸਭ ਤੋਂ ਛੋਟੇ ਮੁਲਕਾਂ 'ਚ ਉਹਦਾ ਏਰੀਆ ਤਾਂ ਬਹੁਤ ਥੋੜ੍ਹਾ ਹੈ। ਔਰ ਉਹਦਾ ਕਾਰਨ ਹੈ ਬੈਂਕਿੰਗ ਔਰ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ, ਟੈਕਸ ਹੇਵਨ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਭਾਈ ਉੱਥੇ ਉਹਨਾਂ ਨੇ ਬਣਾਏ ਹੋਏ ਨੇ ਵੀ ਟੈਕਸ ਨਹੀਂ ਲੱਗਦਾ ਸਟੇਟਸ, ਅਤੇ ਯੂਰਪੀਅਨ ਯੂਨੀਅਨ ਦੀ ਜਿਹੜੀ ਇਕੋਨਮੀ ਹੈ ਉਹਦੇ ਨਾਲ ਜੁੜਿਆ ਹੋਣਾ। ਇਹ ਲੰਕਰਸ਼ਮ ਨੂੰ ਲਗਜ਼ਮਬਰਗ ਨੂੰ $1,30,000 ਜਿਹੜਾ ਉਹ ਦਿੰਦਾ ਹੈ ਐਨੂਅਲ GDP। ਆਸਟਰੀਆ ਛੋਟਾ ਜਿਹਾ ਮੁਲਕ ਜਿੱਥੇ ਕਦੇ ਹਿਟਲਰ ਜੰਮਿਆ ਸੀ, $55,000+ ਉਹਨਾਂ ਦੀ GDP ਹੈ। ਉਹਨਾਂ ਦੇ ਕੋਲ ਉਦਯੋਗ ਨੇ, ਇੰਡਸਟਰੀ ਹੈ, ਮਸ਼ੀਨਰੀ, ਕੈਮੀਕਲਸ, ਟੂਰਿਜ਼ਮ ਔਰ ਯੂਰਪੀ ਵਪਾਰ। ਚੈੱਕ ਰਿਪਬਲਿਕ ਜਿੱਥੋਂ ਨਿਖਲ ਗੁਪਤਾ ਨੂੰ ਲੈ ਕੇ ਆਏ ਨੇ, ਚੈੱਕ ਜਿਹੜਾ ਰਿਪਬਲਿਕ ਹੈ ਉਹਦੀ ਵੀ GDP $30,000 ਹੈ, 10 ਗੁਣਾ ਜ਼ਿਆਦਾ ਭਾਰਤ ਨਾਲੋਂ। ਔਰ ਉਹਦਾ ਕਾਰਨ ਆਟੋਮੋਬਾਈਲ ਉਦਯੋਗ, ਆਟੋ ਇੰਡਸਟਰੀ ਜਿਵੇਂ ਸਕੋਡਾ ਉਹਨਾਂ ਦੀ ਬਣੀ ਹੋਈ ਹੈ, ਨਿਰਯਾਤ ਆਧਾਰਿਤ ਜਿਹੜੀ ਹੈ ਐਕਸਪੋਰਟ ਦੇ ਉੱਤੇ ਬੇਸਡ ਉਹਨਾਂ ਦੀ ਇਕੋਨਮੀ ਹੈ। ਸਲੋਵਾਕੀਆ ਹੁਣ ਕਿਉਂਕਿ ਪਹਿਲਾਂ ਇਹ ਮੁਲਕ ਸੀ ਚੈਕੋਸਲੋਵਾਕੀਆ, ਇੱਕ ਚੈਕ ਰਿਪਬਲਿਕ ਹੋਇਆ, ਉਹਨਾਂ ਦੀ 30,000 ਹੈ, ਸਲੋਵਾਕੀਆ ਦੀ $22,000 ਹੈ GDP। ਔਰ ਉਹਨਾਂ ਦਾ ਕਾਰਨ ਉਦਯੋਗ, ਇੰਡਸਟਰੀ, ਕਾਰ ਨਿਰਮਾਣ, ਸਸਤੀ ਮਜ਼ਦੂਰੀ ਔਰ ਯੂਰਪੀਅਨ ਯੂਨੀਅਨ ਦੀ ਮੈਂਬਰਸ਼ਿਪ। ਹੰਗਰੀ ਬਿਲਕੁਲ ਭੁੱਖਾ ਨੰਗਾ, ਜਿਹੜੇ ਵੈਸੇ ਹੀ ਹੰਗਰੀ ਦਾ ਲਫ਼ਜ਼ ਹੀ ਭੁੱਖਾ ਹੁੰਦਾ ਹੈ, ਔਰ ਉਹਨਾਂ ਦਾ ਬਹੁਤ ਬੁਰਾ ਹਾਲ ਰਿਹਾ, ਰਸ਼ੀਅਨ ਇਨਫਲੂਐਂਸ, ਸੋਵੀਅਤ। ਇਹ ਉਹਨਾਂ ਦੀ ਵੀ ਜਿਹੜੀ ਪਰ ਕੈਪੀਟਾ ਹੈ ਜਿਹੜੀ GDP ਹੈ ਉਹ $20,000 ਹੈ। ਔਰ ਉਹ ਆਟੋਮੈਟਿਵ ਸੈਕਟਰ, ਆਟੋ ਸੈਕਟਰ ਔਰ ਫੋਰਨ ਇਨਵੈਸਟਮੈਂਟ ਉਸ ਥਾਂ ਦੇ ਉੱਤੇ ਹੁੰਦੀ ਹੈ। ਕਜ਼ਾਕਿਸਤਾਨ ਉਹਨਾਂ ਦੀ 12,000, ਹਾਲਾਂ ਬਹੁਤ ਰਿਚ ਹੈ ਆਇਲ, ਉਹਨਾਂ ਦੇ ਕੋਲ ਆਪਣੇ ਤੇਲ ਗੈਸ ਸਰੋਤ ਵਿਸ਼ਾਲ ਖਣਿਜ। ਤੁਰਕਮਾਨਿਸਤਾਨ ਉਹਨਾਂ ਦੀ $9,000 ਹੈ, 3 ਗੁਣਾ ਭਾਰਤ ਤੋਂ ਜ਼ਿਆਦਾ। ਉਹਨਾਂ ਕੋਲ ਨੈਚੁਰਲ ਗੈਸ ਹੈ, ਨਿਰਯਾਤ ਨਿਰਭਰਤਾ ਹੈ। ਵੈਸੇ ਸਾਡੇ ਮਿੱਤਰ ਸ਼ੇਖ ਸਾਹਿਬ ਕਹਿੰਦੇ ਸੀ ਕਿ ਵੀ ਜਦੋਂ ਖਾਲਿਸਤਾਨ ਬਣਿਆ ਤਾਂ ਮਲੇਰਕੋਟਲੇ ਦੇ ਨੇੜੇ ਖੁਦਾਈ ਕਰਵਾਇਆ, ਉਹ ਥੱਲੋਂ ਤੇਲ ਨਿਕਲੇਗਾ। ਕਹਿੰਦੇ ਜਿੱਥੇ ਮੁਸਲਮਾਨ ਨੇ ਉੱਥੇ ਤੇਲ ਹੁੰਦਾ ਹੀ ਹੁੰਦਾ। ਮੈਂ ਕਿਹਾ ਜੀ ਇਹ ਇੰਡੀਆ ਨੂੰ ਵੀ ਪਤਾ ਹੈ ਸ਼ਾਇਦ ਉੱਥੇ। ਔਰ ਇਹ ਕਿਸੇ ਨੇ ਇੱਕ ਵਾਰ ਇਹ ਕਿਹਾ ਵੀ ਸੀ ਕਿ ਵੀ ਜਦੋਂ ਕੋਈ ਉਸ ਏਰੀਆ ਦੇ ਵਿੱਚ ਕੋਈ ਪ੍ਰੋਜੈਕਟ ਸੀ ਉਹਨੂੰ ਬਲੌਕ ਕਰਾ ਦਿੱਤਾ ਗਿਆ। ਸੋ ਉਹ ਕਹਿੰਦੇ ਮੇਰੀ ਗੱਲ ਮੰਨ ਲਿਓ, ਉੱਥੋਂ ਕੱਢਿਓ। ਸੋ ਹੁਣ ਇਹ ਜੇ ਕਜ਼ਾਕਿਸਤਾਨ, ਤੁਰਕਮਾਨਿਸਤਾਨ, ਇਹ ਸਾਰੇ ਜਿਹੜੇ ਨੇ ਇਹਨਾਂ ਦੇ ਵਿੱਚ ਤੇਲ ਹੈ ਤਾਂ ਸਾਡੇ ਵੀ ਮਲੇਰਕੋਟਲੇ ਦੇ ਥੱਲੇ ਨਿਕਲ ਆਉਣਾ। ਬੈਲਾਰੂਸ ਬਿਲਕੁਲ ਨਿੱਕਾ ਜਿਹਾ ਰਸ਼ੀਅਨ $7,000, ਇੰਡੀਆ ਨਾਲੋਂ ਦੁੱਗਣੇ ਤੋਂ ਜ਼ਿਆਦਾ ਉਹਨਾਂ ਦੀ GDP ਹੈ। ਅਜ਼ਰਬਾਈਜਾਨ ਬਿਲਕੁਲ ਜਿਹੜਾ ਛੋਟਾ, ਉਹਨਾਂ ਦੀ ਵੀ $6,000 ਹੈ, ਤੇਲ ਗੈਸ ਸਰੋਤ ਹੈ ਉਹਨਾਂ ਦੇ ਕੋਲ। ਬੋਤਸਵਾਨਾ $7,000, ਉਹਨਾਂ ਦੇ ਕੋਲ
ਜਿਹੜਾ ਹੀਰਿਆਂ ਦੀ ਖੁਦਾਈ ਹੈ, ਹੀਰੇ ਨੇ ਉਹਨਾਂ ਦੇ ਕੋਲ, ਔਰ ਸਟੇਬਲ ਗਵਰਨਮੈਂਟ ਹੈ। ਸਰਬੀਆ, ਹੁਣ ਜਿਹੜਾ ਯੂਗੋਸਲਾਵੀਆ ਟੁੱਟਿਆ, ਜਿਹੜਾ ਸਰਬੀਆ ਫਸਿਆ ਸੀ ਬੋਸਨੀਆ ਹਰਜ਼ੇਗੋਵੀਨਾ 'ਚ, ਉਹਨਾਂ ਦੀ ਵੀ $10,000 GDP ਹੈ, ਔਰ ਉਹਨਾਂ ਦਾ ਬੇਸ ਖੇਤੀਬਾੜੀ ਹੈ, ਨਿਰਮਾਣ ਹੈ, ਕੰਸਟਰਕਸ਼ਨ ਔਰ ਖੇਤੀਬਾੜੀ। ਔਰ ਪੈਰਾਗੁਏ ਛੋਟਾ ਜਿਹਾ $6,000 ਉਹਨਾਂ ਦੀ ਵੀ ਹੈ, ਖੇਤੀ ਸੋਇਆਬੀਨ ਉਹ ਪ੍ਰੋਡਿਊਸ ਕਰਦੇ ਨੇ, ਦੁਨੀਆ ਦੇ ਵੱਡੇ ਐਕਸਪੋਰਟਰ 'ਚੋਂ ਨੇ ਸੋਇਆਬੀਨ ਦੇ। ਹਾਈਡਰੋ ਇਲੈਕਟ੍ਰਿਕ ਪਾਵਰ। ਕੋਸੋਵੋ, ਹੁਣ ਤੁਸੀਂ ਦੇਖੋ ਨਿੱਕਾ ਜਿਹਾ, ਮੁਸਲਿਮ ਮੈਜੋਰਿਟੀ ਹੈ, ਯੂਗੋਸਲਾਵੀਆ 'ਚੋਂ ਹੀ ਟੁੱਟਾ ਹੈ, $5,000 ਉਹਨਾਂ ਦੀ GDP। ਉਹਨਾਂ ਦੇ ਕੋਲ ਖਣਿਜ ਨੇ ਤੇ ਜ਼ਾਹਰ ਹੈ ਕਿ ਫੋਰਨ ਏਡ ਵੀ ਉਹਨਾਂ ਨੂੰ। ਉਜ਼ਬੇਕਿਸਤਾਨ, ਜਿੱਥੇ ਬਾਬਰ ਜੰਮਿਆ ਸੀ, ਉਹ ਵੀ ਇੰਡੀਆ ਨਾਲੋਂ ਅੱਗੇ ਹੈ, $4,000 ਉਹਨਾਂ ਦਾ। ਉੱਥੇ ਜਿਹੜਾ ਉਹ ਖੇਤੀ ਹੈ, ਥੋੜ੍ਹੀ ਬਹੁਤ ਸੋਨਾ ਉਹਨਾਂ ਦੇ ਕੋਲ, ਗੈਸ ਹੈ। ਹੁਣ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਸਾਰੇ ਪਾਰਟ ਨੇ, ਇਹਨਾਂ ਦੀ ਪ੍ਰੋਗਰੈਸ ਦਾ ਕਾਰਨ ਤਾਂ ਕੁਦਰਤੀ ਸਰੋਤ ਵੀ ਨੇ, ਉਦਯੋਗ ਸੇਵਾਵਾਂ ਵੀ ਨੇ, ਵਪਾਰਕ ਸਮਝੌਤੇ ਵੀ ਨੇ। ਹੁਣ ਗੱਲ ਅਸੀਂ ਕਰਦੇ ਹਾਂ ਇਸ ਲਿਖਤ ਮੁਤਾਬਕ ਖਾਲਿਸਤਾਨ ਦੇ ਪੱਖ ਦੇ ਹਾਲਾਤ। ਕਿਹਾ ਵੀ ਇਹਨਾਂ ਐਗਜ਼ਾਮਪਲਸ ਤੋਂ ਇਹ ਕਲੀਅਰ ਹੈ ਕਿ ਲੈਂਡ ਲੌਕਡ ਹੋਣਾ ਆਰਥਿਕ ਸਫਲਤਾ ਦੇ ਰਾਹ ਦੀ ਰੁਕਾਵਟ ਨਹੀਂ ਹੈ। ਅਦਰਵਾਈਜ਼ ਇਹ ਸਾਰੇ, ਹੁਣ ਭਾਰਤ ਕੋਲ ਤਾਂ ਬੰਬਈ ਵੀ ਹੈ, ਗੁਜਰਾਤ ਵੀ ਹੈ, ਕੰਨਿਆ ਕੁਮਾਰੀ ਵੀ ਹੈ, ਇੱਧਰ ਤੱਕ ਇੰਨੇ ਸਮੁੰਦਰ, ਬੇ ਆਫ ਬੰਗਾਲ ਵੀ ਹੈ, ਤੇ ਬੈਠੇ ਨੇ $3,000 GDP ਦੇ ਉੱਤੇ। ਜੇ ਸਮੁੰਦਰ ਲੱਗਣ ਦੇ ਨਾਲ ਹੀ ਖੁਸ਼ਹਾਲੀ ਹੁੰਦੀ ਤੇ ਭਾਰਤ ਤਾਂ ਆਪਣੇ ਆਪ 'ਚ ਇੱਕ ਸਬ ਕੰਟੀਨੈਂਟ ਹੈ, ਕੋਈ ਮੁਲਕ ਥੋੜ੍ਹੀ ਹੈ। ਜਿੰਨਾ ਸਾਰਾ ਯੂਰਪ ਹੈ ਉਸ ਤੋਂ ਵੱਡਾ ਉਹਨਾਂ ਕੋਲ। ਪਰ ਕਿਉਂ ਭੁੱਖੇ ਨੰਗੇ 80 ਕਰੋੜ ਲੋਕਾਂ ਨੂੰ 5 ਕਿਲੋ ਅਨਾਜ ਮਿਲਦਾ? ਕਿਉਂਕਿ ਉਹ ਪਾਣੀ, ਸਮੁੰਦਰ ਹੋਣਾ ਆਪਣੇ ਆਪ 'ਚ ਕਿਸੇ ਦੀ ਖੁਸ਼ਹਾਲੀ ਦੀ ਗਰੰਟੀ ਨਹੀਂ ਹੈ। ਉਹਨਾਂ ਨੇ ਇਹ ਤਾਂ ਠੀਕ ਹੈ, ਜਦੋਂ ਅਸੀਂ ਪਾਕਿਸਤਾਨ ਦੇ ਨਾਲ ਇੱਕ ਜਿਹੜਾ ਹਮਸਾਇਆ ਮੁਲਕ ਹੋਣ ਦੀ ਗੱਲ ਕਰਦੇ ਹਾਂ, ਸਾਡੀ ਐਕਸੈਸ, ਵੈਸੇ ਤਾਂ ਅਸੀਂ ਨਾ ਤੋਂ ਹੀ ਖੋਵਾਂਗੇ ਗੁਜਰਾਤ ਤੱਕ ਦਾ, ਜਿੱਥੇ ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਗੁਰਦੁਆਰਾ ਸਾਹਿਬ ਵੀ ਹੈ, ਉਸ ਲਖਪਤ ਦੇ ਨੇੜੇ। ਲੇਕਿਨ ਪਾਕਿਸਤਾਨ ਸਾਡਾ ਜਿਹੜਾ ਹਮਸਾਇਆ ਮੁਲਕ, ਜਿਹਦੇ ਰਾਹੀਂ ਸਾਡੀ ਸਮੁੰਦਰ ਤੱਕ ਵੀ ਐਕਸੈਸ ਹੋਏਗੀ, ਇਹ ਸਾਨੂੰ, ਔਰ ਦੁਨੀਆ ਦੇ ਵਿੱਚ ਕਿਉਂਕਿ ਇਹ ਸਾਰੇ ਹੀ ਜਿਹੜੇ ਲਾਅ ਨੇ ਉਹ ਹਵਾਈ ਹੋਣ ਜਾਂ ਜ਼ਮੀਨੀ ਹੋਣ। ਹੁਣ ਜੇ ਅਫਗਾਨਿਸਤਾਨ ਲੈਂਡ ਲੌਕਡ ਹੈ, ਪਾਕਿਸਤਾਨ ਨੂੰ ਐਕਸੈਸ ਦੇਣੀ ਪੈਂਦੀ, ਉਹਨਾਂ ਦਾ ਮਾਲ ਕਰਾਚੀ 'ਚ ਆਉਂਦਾ ਹੈ, ਔਰ ਅਫਗਾਨਿਸਤਾਨ 'ਚ ਐਂਟਰ ਤੁਸੀਂ ਬਲੌਕ ਨਹੀਂ ਕਰ ਸਕਦੇ। ਸੋ ਪਾਕਿਸਤਾਨ ਨਾਲ ਸਾਡੇ ਭਰਾਤਰੀ ਭਾਵ ਵਾਲੇ ਸੰਬੰਧ ਹੋਣਗੇ। ਸੋ ਜ਼ਾਹਰ ਹੈ ਸਾਡੀ ਐਕਸੈਸ ਜਿਹੜੀ ਹੈ ਉਹ ਸਮੁੰਦਰ ਤੱਕ ਵੀ ਹੋਏਗੀ। ਫਿਰ ਸਾਡੀ ਸਭ ਤੋਂ ਵੱਡੀ ਤਾਕਤ ਸਿੱਖ ਡਾਇਸਪੋਰਾ, 5 ਮਿਲੀਅਨ ਸਿੱਖ ਜਿਹੜੇ ਦੁਨੀਆ ਦੇ 130 ਮੁਲਕਾਂ 'ਚ ਰਹਿੰਦੇ ਨੇ। ਕੱਲਾ ਸਿੱਖ ਜਿਹੜਾ ਹੈ ਉਹ ਕਿੰਨੀ ਸਮਰੱਥਾ ਰੱਖਦਾ ਹੈ, ਇਸ ਬਾਰੇ ਕਿਸੇ ਨੂੰ ਭੁਲੇਖਾ ਨਹੀਂ ਹੋਣਾ ਚਾਹੀਦਾ। ਔਰ ਸਾਡੇ ਪਾਕਿਸਤਾਨੀ ਭਰਾ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ, ਕਹਿਣਗੇ ਕਿ ਸਿੱਖ ਬਹੁਤ ਅਮੀਰ ਨੇ, ਔਰ ਕੋਈ ਸ਼ੱਕ ਵੀ ਨਹੀਂ ਹੈ, ਕਿਉਂਕਿ ਮਿਹਨਤ ਦੇ ਨਾਲ ਹਰ ਥਾਂ ਐਸਟੈਬਲਿਸ਼ ਹੋਏ ਨੇ। ਕੋਈ ਇੱਥੇ 50-50 ਹਜ਼ਾਰ ਏਕੜ 'ਚ ਕੋਈ ਆਲੂਆਂ ਦਾ ਬਾਦਸ਼ਾਹ ਹੈ, ਕੋਈ ਅੰਗੂਰਾਂ ਦਾ ਬਾਦਸ਼ਾਹ ਹੈ, ਕੋਈ ਗ੍ਰੇਪਸ ਦਾ ਬਾਦਸ਼ਾਹ ਹੈ। ਔਰ ਤੁਸੀਂ ਇਮੈਜਿਨ ਕਰੋ ਵੀ ਜਦੋਂ ਉਹਨਾਂ ਦੀ ਇਨਵੈਸਟਮੈਂਟ ਉਸ ਧਰਤੀ 'ਤੇ ਹੁੰਦੀ ਹੈ। ਔਰ ਬੇਸ਼ੱਕ ਸਾਡੇ ਕੋਲ, ਜਿਵੇਂ ਇਹਨੇ ਵੀ ਇਸ ਲਿਖਤ 'ਚ ਵੀ ਡਿਸਕਸ ਹੋਇਆ ਕਿ ਭਾਈ ਸਾਡੇ ਕੋਲ ਜਿਹੜੀ ਹੈ ਤਕਨੀਕੀ ਸਹਾਇਤਾ ਵੀ, ਇਨਵੈਸਟਮੈਂਟ ਵੀ, ਔਰ ਜਿਹਦੀ ਜ਼ਮੀਨ ਜਿਹੜੀ ਜ਼ਰਖੇਜ਼ ਹੈ, ਔਰ ਮਿਹਨਤੀ ਸਾਡੇ ਲੋਕ ਨੇ, ਔਰ ਉਹ ਖੇਤੀਬਾੜੀ ਹੋਏ ਜਾਂ ਮਿਲਕ ਰਿਲੇਟਡ ਹੋਏ ਜਾਂ ਪੋਲਟਰੀ ਰਿਲੇਟਡ ਤੁਹਾਡਾ ਪਾਰਟ ਹੋਏ। ਤੁਸੀਂ ਤਾਂ ਪੋਟੇਟੋ ਚਿਪਸ ਦੀ ਇੰਡਸਟਰੀ $80 ਬਿਲੀਅਨ ਦੀ ਹੈ। ਕਿੰਨੇ ਇੱਕੋ ਲਿਫਾਫੇ ਜਿਹੇ 'ਚ 2 ਆਲੂਆਂ ਦੀਆਂ ਚਿਪਸ ਵੀ ਨਹੀਂ ਹੁੰਦੀਆਂ, ਤੇ ਸਾਡੇ ਵਿਚਾਰੇ ਕਿਸਾਨਾਂ ਨੇ ਸੜਕਾਂ 'ਤੇ ਸੁੱਟੇ ਹੁੰਦੇ ਨੇ ਭਰ ਕੇ ਟਰਾਲੀਆਂ, ਉਹਦਾ ਬਾਇਰ ਨਹੀਂ ਹੁੰਦਾ। ਔਰ ਕਿੰਨਾ ਕੁ ਪੋਟੇਟੋ ਚਿਪ ਬਣਾਉਣ 'ਚ ਕਿੰਨੀਆਂ ਕੁ ਵੱਡੀਆਂ ਫੈਕਟਰੀਆਂ ਚਾਹੀਦੀਆਂ। ਅਸੀਂ ਕੋਈ ਉਹ ਮੂੰਹ ਕਾਲਾ ਕਰਨ ਵਾਲੀਆਂ ਜਿਹੜੇ ਕੋਲੇ ਵਾਲੀਆਂ ਫੈਕਟਰੀਆਂ ਦੀ ਲੋੜ ਨਹੀਂ ਹੈ। ਤੁਸੀਂ ਐਗਰੀਕਲਚਰ ਬੇਸਡ ਪ੍ਰੋਡਕਟ ਜਾਂ ਕਿੰਨੂ ਹੁੰਦਾ ਹੈ, ਕਿੰਨਾ ਦੂਜਾ ਤੁਸੀਂ ਔਰੰਜ ਜੂਸ, ਤੇ ਦੂਜੇ ਦੀ ਕਿੰਨੀ ਫਲੋਰੀਡਾ ਇੱਥੋਂ ਦੀ ਸਟੇਟ ਹੈ, ਖੜੀ ਸਾਰੀ ਔਰੰਜ ਜੂਸ ਦੇ ਉੱਤੇ। ਸੋ ਇਹ ਜਿਹੜੇ ਨੇ, ਔਰ ਜਿਹੜੀ ਤੁਹਾਡੀ ਕਨੈਕਟੀਵਿਟੀ ਹੈ ਪੰਜਾਬ 'ਚ, ਆਲਰੇਡੀ ਤੁਸੀਂ ਪਿੰਡ ਫੋਕਲ ਪੁਆਇੰਟ ਸਾਰੇ ਉਹ ਸਾਰੇ 'ਚ ਨੇ। ਔਰ ਇਹ ਜਿਹੜੇ ਨੇ ਇਸ 'ਚੋਂ ਅਸੀਂ ਇਹ ਦੇਖ ਸਕਦੇ ਹਾਂ ਕਿ ਜਿਹੜਾ ਖਾਲਿਸਤਾਨ ਦਾ ਭਵਿੱਖ ਹੈ ਇਹਨਾਂ ਤੱਤਾਂ 'ਤੇ ਨਿਰਭਰ ਕਰਦਾ ਹੈ। ਉਹਨਾਂ ਨੇ ਕਿਹਾ ਕਿ ਵੀ ਇਹਦੀ ਬੰਦਰਗਾਹ ਦੀ ਅਣਹੋਂਦ ਦੇ ਬਾਵਜੂਦ ਸਹੀ ਰਣਨੀਤੀ, ਸਰੋਤਾਂ ਦੀ ਵਰਤੋਂ, ਅੰਤਰਰਾਸ਼ਟਰੀ ਸਹਿਯੋਗ ਨਾਲ ਆਰਥਿਕ ਸਫਲਤਾ ਸੰਭਵ ਹੈ। ਔਰ ਇਸ ਦੇ ਵਿੱਚ ਜਿਹੜਾ ਸਾਡਾ ਸਭ ਤੋਂ ਜਿਹੜਾ ਪਾਵਰਫੁਲ ਹੈ, ਪੰਜਾਬ ਦੀ ਖੇਤੀ, ਡੇਅਰੀ ਉਤਪਾਦਨ, ਤੇ ਨਾਲ ਦੀ ਨਾਲ ਡਾਇਸਪੋਰਾ ਸਿੱਖ। ਸੋ ਇੱਕ ਡਿਬੇਟ ਦੇ ਲਈ ਮੈਨੂੰ ਲੱਗਾ ਵੀ ਇੱਕ ਦਿਲਚਸਪ ਇਸ਼ੂ ਹੈ, ਔਰ ਜਿਹਨੇ ਵੀ ਮਿਹਨਤ ਕੀਤੀ ਹੈ ਅਸੀਂ ਉਹਨਾਂ ਦਾ
ਸ਼ੁਕਰੀਆ ਅਦਾ ਕਰਦੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਵੀਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।